ਸਤਿ ਸ੍ਰੀ ਅਕਾਲ। ਵਿਚਾਰਾਂ ਨੂੰ ਰੋਕਣੇ ਦੀ ਬਜਾਏ ਮਨ ਨੂੰ ਪੋਜ਼ੀਟਿਵ ਵਿਚਾਰਾਂ ਨਾਲ ਭਰੋ। ਸਿਰਫ ਸਰੀਰ ਸੁੰਦਰ ਸਡੋਲ ਸਵਸਥ ਹੋਣੇ ਦੀ ਸਥਿਤੀ ਤੋਂ ਹੀ ਵਿਅਕਤੀ ਦੀ ਪਹਿਚਾਣ ਨਹੀਂ ਹੁੰਦੀ, ਪਰ ਤੁਹਾਡੀ ਅਸਲੀ ਪਰਸਨੈਲਿਟੀ ਵਿੱਚ ਤੁਹਾਡਾ ਸੁਭਾਅ ਅਤੇ ਵਿਵਹਾਰ ਵੀ ਸ਼ਾਮਲ ਹੁੰਦਾ ਹੈ। ਮਨ ਵਿੱਚ ਆਉਣੇ ਵਾਲੇ ਵਿਚਾਰਾਂ ਦੀ ਪ੍ਰਕਿਰਤੀ ਤੋਂ ਹੀ ਪਹਿਚਾਣਿਆ ਜਾਂਦਾ ਹੈ ਕਿ ਤੁਸੀਂ ਕਿਸ ਪ੍ਰਕਾਰ ਦੀ ਪਰਸਨੈਲਿਟੀ ਦੇ ਮਾਲਕ ਹੋ। ਦਿਮਾਗ ਵਿੱਚ ਆਉਣੇ ਵਾਲੇ ਵਿਚਾਰ ਦੋ ਤਰ੍ਹਾਂ ਦੇ ਹੁੰਦੇ ਹਨ: ਪੋਜ਼ੀਟਿਵ ਵਿਚਾਰ ਜੋ ਤੁਹਾਨੂੰ ਆਨੰਦ ਅਤੇ ਊਰਜਾ ਨਾਲ ਭਰ ਦਿੰਦੇ ਹਨ, ਅਤੇ ਨੈਗੇਟਿਵ ਵਿਚਾਰ ਜੋ ਤੁਹਾਨੂੰ ਨਿਰਾਸ਼ਾ ਅਤੇ ਤਣਾਅ ਦੇ ਸਮੁੰਦਰ ਵਿੱਚ ਡੁਬੋ ਦਿੰਦੇ ਹਨ। ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਤੁਸੀਂ ਆਪਣੇ ਦਿਮਾਗ ਵਿੱਚ ਆਉਣ ਵਾਲੇ ਵਿਅਰਥ ਵਿਚਾਰਾਂ ਨੂੰ ਨਹੀਂ ਰੋਕਣੇ ਵਿੱਚ ਸਫਲ ਨਹੀਂ ਹੁੰਦੇ, ਅਤੇ ਇਹਨਾਂ ਵਿਚਾਰਾਂ ਨਾਲ ਨਿਰਾਸ਼ਾ ਅਤੇ ਤਣਾਅ ਹੋਰ ਵੀ ਗਹਿਰਾ ਹੁੰਦਾ ਜਾਂਦਾ ਹੈ। ਰਿਸਰਚ ਵਿੱਚ ਦੇਖਿਆ ਹੈ ਕਿ ਰੋਜ਼ਾਨਾ ਸਾਡੇ ਦਿਮਾਗ ਵਿੱਚ ਆਉਣ ਵਾਲੇ ਵਿਚਾਰਾਂ ਦੀ ਸੰਖਿਆ ਕਰੀਬ 60,000 ਹੁੰਦੀ ਹੈ। ਇਸ ਵਿੱਚੋਂ 80% ਨੈਗੇਟਿਵ ਵਿਚਾਰ ਹੀ ਹੁੰਦੇ ਹਨ ਜੋ ਸਾਡੇ ਜੀਵਨ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਹਨ, ਅਤੇ ਅਸੀਂ ਇਸ ਤੋਂ ਅਣਜਾਣ ਆਪਣੇ ਜੀਵਨ ਦੀਆਂ ਮੁਸ਼ਕਲਾਂ ਦਾ ਜ਼ਿੰਮੇਵਾਰ ਕਿਸਮਤ ਨੂੰ ਮੰਨ ਲੈਂਦੇ ਹਾਂ, ਜਦੋਂ ਕਿ ਇਹਨਾਂ ਮੁਸ਼ਕਲਾਂ ਦਾ ਕਾਰਨ ਤਾਂ ਸਾਡਾ ਦਿਮਾਗ ਹੀ ਹੈ। ਅਤੇ ਆਪਣੇ ਦਿਮਾਗ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਸੋਚਣੇ ਹਨ, ਉਹ ਸਾਡੇ ਆਪਣੇ ਹੱਥ ਵਿੱਚ ਹੀ ਹੈ। ਇਸ ਵਿੱਚ ਇਹ ਜਾਣਨਾ ਪਹਿਲੀ ਜ਼ਰੂਰਤ ਹੈ ਕਿ ਆਖਰ ਦਿਮਾਗ ਵਿੱਚ ਇਹ ਨੈਗੇਟਿਵ ਵਿਚਾਰ ਆਉਂਦੇ ਹੀ ਕਿਉਂ ਹਨ, ਅਤੇ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹਨਾਂ ਦਾ ਆਉਣਾ ਬੰਦ ਕਿਉਂ ਨਹੀਂ ਹੁੰਦਾ। ਦਿਮਾਗ ਵਿੱਚ ਨੈਗੇਟਿਵ ਮਾੜੇ ਵਿਚਾਰ ਆਉਣ ਦਾ ਕਾਰਨ ਹੈ ਬੀਤੇ ਹੋਏ ਕੱਲ੍ਹ ਦਾ ਅਫਸੋਸ। ਬੀਤੇ ਸਮੇਂ ਵਿੱਚ ਕਈ ਵਾਰੀ ਜਾਣੇ ਅਣਜਾਣੇ ਵਿੱਚ ਕਈ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਉੱਤੇ ਤੁਹਾਨੂੰ ਅੱਜ ਵੀ ਅਫਸੋਸ ਹੈ। ਇਸ ਤਰ੍ਹਾਂ ਜਦੋਂ ਬੀਤੇ ਹੋਏ ਬੁਰੇ ਹਾਲਾਤਾਂ ਦੀ ਯਾਦ ਆਉਂਦੀ ਹੈ ਤਾਂ ਅਸੀਂ ਭੁੱਲ ਜਾਂਦੇ ਹਾਂ ਉਹ ਸਮਾਂ ਤਾਂ ਬੀਤ ਚੁੱਕਿਆ ਹੈ। ਬੁਰੇ ਹਾਲਾਤਾਂ ਨਾਲ ਜੁੜਿਆ ਹੋਇਆ ਪਛਤਾਵਾ ਤੁਹਾਨੂੰ ਨਿਰਾਸ਼ ਅਤੇ ਬੇਚੈਨ ਕਰ ਦਿੰਦਾ ਹੈ, ਅਤੇ ਉਸ ਇੱਕ ਬੁਰੇ ਖਿਆਲ ਨਾਲ ਜੁੜ ਕੇ ਬਹੁਤ ਸਾਰੇ ਨੈਗੇਟਿਵ ਖਿਆਲ ਸਾਡੇ ਉੱਤੇ ਹਮਲਾ ਕਰ ਦਿੰਦੇ ਹਨ, ਜਿਨ੍ਹਾਂ ਨੂੰ ਕਾਬੂ ਕਰਨਾ ਸਾਡੇ ਵੱਸ ਵਿੱਚ ਨਹੀਂ ਰਹਿੰਦਾ, ਕਿਉਂਕਿ ਉਸ ਸਮੇਂ ਬੇਇੱਜ਼ਤੀ ਹੋ ਜਾਣ ਦੇ ਕਾਰਨ ਅਸੀਂ ਕਾਫੀ ਕਮਜ਼ੋਰ ਮਹਿਸੂਸ ਕਰ ਰਹੇ ਹੁੰਦੇ ਹਾਂ। ਇਸ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਆਪਣੀਆਂ ਬੀਤੀਆਂ ਗਲਤੀਆਂ ਨੂੰ ਦੁਬਾਰਾ ਨਾ ਕਰਨ ਦਾ ਆਪਣੇ ਆਪ ਨਾਲ ਵਾਅਦਾ ਕਰੋ, ਅਤੇ ਆਪਣੀਆਂ ਉਹਨਾਂ ਭੁੱਲਾਂ ਤੋਂ ਸਿੱਖ ਕੇ ਅੱਗੇ ਵਧਣ ਦੀ ਲਗਾਤਾਰ ਕੋਸ਼ਿਸ਼ ਕਰੋ। ਜ਼ਿਆਦਾ ਅਕਲਮੰਦ ਹੋਣ ਦਾ ਨੁਕਸਾਨ ਹੈ ਕਿ ਅਕਲਮੰਦ ਵਿਅਕਤੀ ਚਿੰਤਾ ਬਹੁਤ ਕਰਦਾ ਹੈ। ਸਾਰੀ ਦੁਨੀਆ ਦੇ ਜੀਵਾਂ ਦੀ ਤੁਲਨਾ ਵਿੱਚ ਇਨਸਾਨ ਜ਼ਿਆਦਾ ਅਕਲਮੰਦ ਹੁੰਦਾ ਹੈ। ਮਨੁੱਖ ਕੋਲ ਸੋਚਣੇ ਸਮਝਣੇ ਦੀ ਸ਼ਕਤੀ ਵੀ ਜ਼ਿਆਦਾ ਹੁੰਦੀ ਹੈ। ਕਈ ਵਾਰੀ ਜ਼ਿਆਦਾ ਸਮਝ ਅਤੇ ਸੋਚ ਵਿਅਕਤੀ ਦੇ ਰਸਤੇ ਦਾ ਰੋੜਾ ਬਣ ਜਾਂਦੀ ਹੈ। ਕਈ ਵਾਰੀ ਉਹ ਵਿਅਰਥ ਗੱਲਾਂ ਨੂੰ ਵੀ ਗਹਿਰਾਈ ਨਾਲ ਸੋਚਦਾ ਹੀ ਚਲਿਆ ਜਾਂਦਾ ਹੈ, ਜਦੋਂ ਕਿ ਉਹਨਾਂ ਦੀ ਕੋਈ ਜ਼ਰੂਰਤ ਵੀ ਨਹੀਂ ਹੁੰਦੀ। ਇਹ ਆਦਤ ਸ਼ਾਂਤ ਦਿਮਾਗ ਵਿੱਚ ਨੈਗੇਟਿਵ ਵਿਚਾਰਾਂ ਦਾ ਪ੍ਰਵੇਸ਼ ਕਰਾਉਂਦੀ ਹੈ। ਫਿਰ ਨੈਗੇਟਿਵ ਵਿਚਾਰਾਂ ਦੀ ਇਹ ਲਾਈਨ ਰੁਕਣੇ ਦਾ ਨਾਮ ਹੀ ਨਹੀਂ ਲੈਂਦੀ, ਅਤੇ ਵਿਅਕਤੀ ਦਾ ਖੁਸ਼ਨੁਮਾ ਅੱਜ ਵੀ ਬੁਰੇ ਵਿਚਾਰਾਂ ਦੀ ਪਕੜ ਵਿੱਚ ਫਸ ਜਾਂਦਾ ਹੈ। ਵਰਤਮਾਨ ਵਿੱਚ ਜੀਣੇ ਦੀ ਬਜਾਏ ਭਵਿੱਖ ਦੇ ਖਿਆਲਾਂ ਵਿੱਚ ਗੁਆਚੇ ਰਹਿਣਾ ਵੀ ਡਰ ਪੈਦਾ ਕਰਦਾ ਹੈ। ਉਹਨਾਂ ਚੀਜ਼ਾਂ ਅਤੇ ਹਾਲਾਤਾਂ ਦਾ ਡਰ ਜਿਸ ਦੇ ਬਾਰੇ ਵਿੱਚ ਤੁਸੀਂ ਕੁਝ ਵੀ ਨਹੀਂ ਜਾਣਦੇ, ਜੇ ਜਾਣਨਾ ਚਾਹੋ ਵੀ ਤਾਂ ਵੀ ਨਹੀਂ ਜਾਣ ਸਕਦੇ। ਆਉਣੇ ਵਾਲੇ ਕੱਲ੍ਹ ਲਈ ਥੋੜ੍ਹਾ ਵਿਚਾਰ ਕਰਨਾ ਤਾਂ ਠੀਕ ਹੈ, ਪਰ ਉਹਨਾਂ ਦੇ ਬਾਰੇ ਵਿੱਚ ਸੋਚ ਕੇ ਡਰਨਾ ਨੈਗੇਟਿਵ ਵਿਚਾਰਾਂ ਨੂੰ ਖੁੱਲ੍ਹਾ ਸੱਦਾ ਦੇਣਾ ਹੀ ਹੈ। ਜਿਸ ਤਰ੍ਹਾਂ ਦੇ ਮਾਹੌਲ ਵਿੱਚ ਤੁਸੀਂ ਰਹੋਗੇ ਉਸੇ ਤਰ੍ਹਾਂ ਦੇ ਵਿਚਾਰ ਤੁਹਾਡੇ ਦਿਮਾਗ ਵਿੱਚ ਚੱਲਦੇ ਰਹਿਣਗੇ। ਜਦੋਂ ਤੁਹਾਡੇ ਆਲੇ ਦੁਆਲੇ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ ਜੋ ਸਿਰਫ ਕਮੀਆਂ ਨਿਕਾਲਣੀਆਂ ਹੀ ਜਾਣਦੇ ਹਨ, ਹਰ ਗੱਲ ਵਿੱਚੋਂ ਨੈਗੇਟਿਵ ਹੀ ਲੱਭਦੇ ਹਨ, ਅਤੇ ਤੁਹਾਨੂੰ ਪ੍ਰੇਰਿਤ ਕਰਨੇ ਦੀ ਬਜਾਏ ਤੁਹਾਡਾ ਮਨੋਬਲ ਕਮਜ਼ੋਰ ਬਣਾਉਂਦੇ ਹਨ, ਤਾਂ ਇਸ ਤਰ੍ਹਾਂ ਦੇ ਲੋਕਾਂ ਵਿੱਚ ਅਤੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿ ਕੇ ਪੋਜ਼ੀਟਿਵਿਟੀ ਦੀ ਉਮੀਦ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ। ਇਸ ਲਈ ਆਪਣੇ ਦਿਮਾਗ ਵਿੱਚ ਆਉਣੇ ਵਾਲੇ ਅਣਗਿਣਤ ਬੁਰੇ ਵਿਚਾਰਾਂ ਦੇ ਲਈ ਆਪਣੇ ਦਿਮਾਗ ਨੂੰ ਮਾੜਾ ਕਹਿਣ ਦੀ ਬਜਾਏ ਆਪਣਾ ਮਾਹੌਲ ਹੀ ਬਦਲ ਲਵੋ, ਅਤੇ ਐਸੀ ਸੰਗਤ ਚੁਣੋ ਜੋ ਹਰ ਸਥਿਤੀ ਵਿੱਚ ਤੁਹਾਨੂੰ ਪੋਜ਼ੀਟਿਵ ਪਕਸ਼ ਦਿਖਾਵੇ ਅਤੇ ਅੱਗੇ ਵਧਣ ਦੀ ਪ੍ਰੇਰਨਾ ਨਾਲ ਭਰ ਦੇਵੇ। ਨਿਰਾਸ਼ਾ ਦੇ ਦੌਰ ਨੂੰ ਲੰਮੇ ਸਮੇਂ ਤੱਕ ਰੱਖਣੇ ਦੀ ਬਜਾਏ ਜ਼ਰੂਰਤ ਹੈ ਹੌਸਲੇ ਨਾਲ ਫਿਰ ਤੋਂ ਖੜ੍ਹੇ ਹੋਣੇ ਦੀ, ਨਵੇਂ ਸਿਰੇ ਤੋਂ ਮਿਹਨਤ ਕਰਨੇ ਦੀ, ਅਤੇ ਇਸ ਵਾਰ ਆਪਣੀਆਂ ਕਮੀਆਂ ਨੂੰ ਸੁਧਾਰ ਕੇ ਕਾਮਯਾਬ ਹੋਣ ਦੀ,
ਕਿਉਂਕਿ ਮਿਹਨਤ ਕਰਨ ਵਾਲੇ ਹੀ ਸਫਲ ਹੁੰਦੇ ਹਨ। ਸ਼ੁਰੂਆਤ ਵਿੱਚ ਪੋਜ਼ੀਟਿਵ ਰਹਿਣ ਵਿੱਚ ਤੁਹਾਨੂੰ ਥੋੜ੍ਹੀ ਮੁਸ਼ਕਲ ਹੋਵੇਗੀ, ਪਰ ਪੋਜ਼ੀਟਿਵ ਲੋਕਾਂ ਦੀ ਸੰਗਤ ਕਰਨ ਨਾਲ ਸਹਿਜ ਹੋ ਜਾਵੇਗਾ। ਪ੍ਰੇਰਨਾ ਨਾਲ ਭਰੇ ਲੇਖ ਜਾਂ ਵੀਡੀਓ ਦੇਖ ਸਕਦੇ ਹੋ ਜੋ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰਨ। ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਹ ਪਰਫੈਕਟ ਹੋਵੇ। ਅਸੀਂ ਜਿੱਥੇ ਜਾਈਏ ਸਾਡੀ ਪ੍ਰਸ਼ੰਸਾ ਹੀ ਹੋਵੇ, ਪਰ ਇਸ ਤਰ੍ਹਾਂ ਹੋਣਾ ਤਾਂ ਸੰਭਵ ਨਹੀਂ ਹੈ। ਕੋਈ ਪਰਫੈਕਟ ਹੋ ਹੀ ਨਹੀਂ ਸਕਦਾ ਹੈ। ਇਸ ਲਈ ਜੋ ਤੁਸੀਂ ਸੱਚ ਹੋ ਉਸ ਨੂੰ ਸਵੀਕਾਰ ਕਰ ਲਵੋ ਅਤੇ ਫਿਰ ਆਪਣੇ ਚੰਗੇ ਵਿਵਹਾਰ ਨਾਲ ਦੁਨੀਆ ਨੂੰ ਪ੍ਰਭਾਵਿਤ ਕਰੋ। ਸਮੇਂ ਦੇ ਬਦਲਣ ਨੂੰ ਸਹਿਜਤਾ ਨਾਲ ਸਵੀਕਾਰ ਕਰ ਲਵੋ ਤਾਂ ਕਿ ਆਨੰਦ ਲੈ ਸਕੋ। ਬੁਰੇ ਸਮੇਂ ਨੂੰ ਸਮੇਂ ਦੇ ਨਾਲ ਆਸ਼ਾਵਾਦੀ ਰਹਿੰਦੇ ਹੋਏ ਗੁਜ਼ਾਰ ਲਵੋ। ਇਹ ਸਾਡੇ ਆਪਣੇ ਨਜ਼ਰੀਏ ਦਾ परिणाम ਹੈ ਕਿ ਸਾਨੂੰ ਨੈਗੇਟਿਵਿਟੀ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਅਸੀਂ ਆਪ ਨੈਗੇਟਿਵ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ। ਤੁਹਾਡੇ ਹਾਲਾਤ ਅਤੇ ਤੁਹਾਡੀ ਖੁਸ਼ੀ ਤੁਹਾਡੇ ਹੱਥ ਵਿੱਚ ਹੀ ਹੈ। ਜਿਸ ਤਰ੍ਹਾਂ ਸੋਚੋਗੇ ਉਹੀ ਪਾਓਗੇ, ਕਿਉਂਕਿ ਤੁਸੀਂ ਆਪਣੇ ਦਿਮਾਗ ਦੇ ਮਾਲਕ ਹੋ। ਦਿਮਾਗ ਤੁਹਾਡਾ ਮਾਲਕ ਨਹੀਂ। ਆਪਣੇ ਦਿਮਾਗ ਵਿੱਚ ਆਉਣੇ ਵਾਲੇ ਨੈਗੇਟਿਵ ਵਿਚਾਰਾਂ ਨੂੰ ਰੋਕਣੇ ਦੀ ਬਜਾਏ ਇਸ ਨੂੰ ਪੋਜ਼ੀਟਿਵ ਵਿਚਾਰਾਂ ਨਾਲ ਭਰਦੇ ਜਾਵੋ। ਅੱਜ ਦੀ ਕਹਾਣੀ ਹੈ, ਇੱਕ ਜਾਦੂਗਰ ਜੋ ਮੌਤ ਦੇ ਨੇੜੇ ਹੀ ਸੀ, ਮੌਤ ਤੋਂ ਪਹਿਲਾਂ ਆਪਣੇ ਬੇਟੇ ਨੂੰ ਚਾਂਦੀ ਦੇ ਸਿੱਕਿਆਂ ਦਾ ਭਰਿਆ ਥੈਲਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜਦੋਂ ਇਸ ਥੈਲੇ ਦੇ ਸਿੱਕੇ ਖਤਮ ਹੋ ਜਾਣ ਤਾਂ ਮੈਂ ਤੈਨੂੰ ਇੱਕ ਪ੍ਰਾਰਥਨਾ ਦੱਸਦਾ ਹਾਂ। ਉਸ ਨੂੰ ਦੁਹਰਾਉਣ ਨਾਲ ਚਾਂਦੀ ਦੇ ਸਿੱਕੇ ਫਿਰ ਤੋਂ ਭਰਨ ਲੱਗ ਜਾਣਗੇ। ਉਸਨੇ ਬੇਟੇ ਦੇ ਕੰਨਾਂ ਵਿੱਚ 4 ਸ਼ਬਦਾਂ ਦੀ ਪ੍ਰਾਰਥਨਾ ਕਹੀ ਅਤੇ ਉਹ ਮਰ ਗਿਆ। ਬੇਟਾ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਥੈਲਾ ਲੈ ਕੇ ਖੁਸ਼ ਹੋ ਗਿਆ ਅਤੇ ਉਸ ਨੂੰ ਖਰਚ ਕਰਨ ਵਿੱਚ ਲੱਗ ਗਿਆ। ਉਹ ਥੈਲਾ ਇੰਨਾ ਵੱਡਾ ਸੀ ਕਿ ਉਸ ਨੂੰ ਖਰਚ ਕਰਨੇ ਨੂੰ ਕਿੰਨੇ ਸਾਲ ਲੱਗ ਗਏ। ਇਸ ਦੇ ਵਿਚਕਾਰ ਉਹ ਪ੍ਰਾਰਥਨਾ ਭੁੱਲ ਗਿਆ। ਜਦੋਂ ਥੈਲਾ ਖਾਲੀ ਹੋਣ ਵਾਲਾ ਸੀ ਤਾਂ ਉਸ ਨੂੰ ਯਾਦ ਆਇਆ ਕਿ ਉਹ 4 ਸ਼ਬਦਾਂ ਦੀ ਪ੍ਰਾਰਥਨਾ ਕੀ ਸੀ। ਉਸਨੇ ਬਹੁਤ ਯਾਦ ਕੀਤਾ, ਪਰ ਉਸ ਨੂੰ ਪ੍ਰਾਰਥਨਾ ਯਾਦ ਹੀ ਨਹੀਂ ਆ ਰਹੀ ਸੀ। ਫਿਰ ਉਹ ਲੋਕਾਂ ਤੋਂ ਪੁੱਛਣ ਲੱਗਾ। ਪਹਿਲੇ ਗੁਆਂਢੀ ਤੋਂ ਪੁੱਛਦਾ ਹੈ ਕਿ ਇਸ ਤਰ੍ਹਾਂ ਦੀ ਪ੍ਰਾਰਥਨਾ ਤੁਸੀਂ ਜਾਣਦੇ ਹੋ ਜਿਸ ਵਿੱਚ 4 ਸ਼ਬਦ ਹੋਣ। ਗੁਆਂਢੀ ਨੇ ਕਿਹਾ, ਹਾਂ, ਇੱਕ 4 ਸ਼ਬਦਾਂ ਦੀ ਪ੍ਰਾਰਥਨਾ ਮੈਨੂੰ ਪਤਾ ਹੈ। ਈਸ਼ਵਰ ਮੇਰੀ ਮਦਦ ਕਰੋ। ਉਸਨੇ ਸੁਣਿਆ ਤੇ ਉਸ ਨੂੰ ਲੱਗਿਆ ਇਹ ਸ਼ਬਦ ਨਹੀਂ ਸਨ, ਕੋਈ ਹੋਰ ਸਨ। ਜਦੋਂ ਕੁਝ ਸੁਣਿਆ ਹੁੰਦਾ ਹੈ ਤਾਂ ਜਾਣਿਆ ਪਹਿਚਾਣਿਆ ਲੱਗਦਾ ਹੈ। ਫਿਰ ਵੀ ਉਸਨੇ ਉਹ ਸ਼ਬਦ ਬਹੁਤ ਵਾਰ ਦੁਹਰਾਏ, ਪਰ ਚਾਂਦੀ ਦੇ ਸਿੱਕੇ ਨਹੀਂ ਵਧੇ ਤਾਂ ਉਹ ਬਹੁਤ ਦੁਖੀ ਹੋਇਆ। ਫਿਰ ਇੱਕ ਫਾਦਰ ਨੂੰ ਮਿਲਿਆ। ਉਸਨੇ ਦੱਸਿਆ ਕਿ ਈਸ਼ਵਰ ਤੁਸੀਂ ਮਹਾਨ ਹੋ। ਇਹ 4 ਸ਼ਬਦਾਂ ਦੀ ਪ੍ਰਾਰਥਨਾ ਹੋ ਸਕਦੀ ਹੈ, ਪਰ ਇਸ ਨੂੰ ਦੁਹਰਾਉਣ ਨਾਲ ਵੀ ਥੈਲਾ ਨਹੀਂ ਭਰਿਆ। ਫਿਰ ਇੱਕ ਨੇਤਾ ਨੂੰ ਮਿਲਿਆ। ਉਸਨੇ ਕਿਹਾ, ਈਸ਼ਵਰ ਮੈਨੂੰ ਵੋਟ ਦਿਓ। ਇਸ ਪ੍ਰਾਰਥਨਾ ਨੇ ਵੀ ਕੰਮ ਨਹੀਂ ਕੀਤਾ। ਉਹ ਉਦਾਸ ਹੋ ਕੇ ਘਰ ਬੈਠਾ ਸੀ। ਇੱਕ ਭਿਖਾਰੀ ਉਸ ਦੇ ਘਰ ਆਇਆ। ਉਸਨੇ ਕਿਹਾ, ਸਵੇਰ ਤੋਂ ਕੁਝ ਨਹੀਂ ਖਾਧਾ, ਕੁਝ ਖਾਣੇ ਲਈ ਹੈ ਤਾਂ ਦੇ ਦੇਵੋ। ਉਸ ਲੜਕੇ ਨੇ ਬਚਿਆ ਹੋਇਆ ਖਾਣਾ ਭਿਖਾਰੀ ਨੂੰ ਦੇ ਦਿੱਤਾ। ਉਸ ਭਿਖਾਰੀ ਨੇ ਖਾਣਾ ਖਾ ਕੇ ਬਰਤਨ ਵਾਪਸ ਦਿੱਤਾ ਤਾਂ ਈਸ਼ਵਰ ਨੂੰ ਪ੍ਰਾਰਥਨਾ ਕੀਤੀ, ਹੇ ਈਸ਼ਵਰ ਤੇਰਾ ਧੰਨਵਾਦ। ਲੜਕਾ ਬੋਲਿਆ, ਇਹੀ ਤਾਂ ਉਹ 4 ਸ਼ਬਦ ਸਨ। ਉਸਨੇ 4 ਸ਼ਬਦ ਦੁਹਰਾਣੇ ਸ਼ੁਰੂ ਕੀਤੇ, ਹੇ ਈਸ਼ਵਰ ਤੇਰਾ ਧੰਨਵਾਦ, ਅਤੇ ਉਸ ਦੇ ਸਿੱਕੇ ਵੱਧਦੇ ਗਏ ਤੇ ਉਸ ਦਾ ਪੂਰਾ ਥੈਲਾ ਭਰ ਗਿਆ। ਸਮਝਣ ਵਾਲੀ ਗੱਲ ਇਹ ਹੈ ਕਿ ਜਦ ਉਸਨੇ ਕਿਸੇ ਦੀ ਮਦਦ ਕੀਤੀ ਤਾਂ ਉਸਨੂੰ ਉਹ ਮੰਤਰ ਫਿਰ ਮਿਲ ਗਿਆ, ਹੇ ਈਸ਼ਵਰ ਤੇਰਾ ਧੰਨਵਾਦ। ਇਹੀ ਸਭ ਤੋਂ ਵੱਡੀ ਪ੍ਰਾਰਥਨਾ ਹੈ, ਕਿਉਂਕਿ ਜਿਸ ਚੀਜ਼ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਉਹ ਵੱਧਦੀ ਹੈ। ਈਸ਼ਵਰ ਜਾਂ ਸਿਖਾਉਣ ਸੁਣਾਉਣ ਵਾਲੇ ਦੇ ਪ੍ਰਤੀ ਧੰਨਵਾਦ ਦੇ ਭਾਵ ਨਿਕਲਦੇ ਹਨ ਤਾਂ ਸੱਚਾ ਗਿਆਨ ਸੁਣਨੇ ਜਾਂ ਪੜ੍ਹਨੇ ਦਾ ਸਾਨੂੰ ਮੌਕਾ ਪ੍ਰਾਪਤ ਹੁੰਦਾ ਹੈ। ਗਿਆਨ ਅਤੇ ਸਦਭਾਵਨਾ ਨਾਲ ਹੀ ਆਨੰਦ ਮਿਲਦਾ ਹੈ। ਸਤਿ ਸ੍ਰੀ ਅਕਾਲ।